ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣੈ ਕੋਈ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਕੀ ਲਿਖੇ ਕੋਈ ਗੜੀ ਚਮਕੌਰ ਬਾਰੇ, ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ। ਹੱਥੋਂ ਕਲਮਾਂ ਡਿੱਗ ਪੈਂਦੀਆਂ ਨੇ ਬਾਜਾਂ ਵਾਲਿਆ, ਨੀਹਾਂ ਵਿੱਚ ਵੇਖ ਸੁੱਤਾ ਪਰਵਾਰ ਤੇਰਾ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਇਸ ਰਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮੇਰੇ ਤੋਂ ਪਹਿਲਾਂ ਆਪ ਜੀ ਨੇ ਗੁਰੂ ਕੇ ਸਵਾਰਿਆਂ ਕੋਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਹਰੀ ਜਸ ਕੀਰਤਨ ਸਰਵਨ ਕੀਤੇ ਹਨ। ਉਪਰੰਤ ਜੋ ਦਾਸ ਨੂੰ ਸਮਾਂ ਹੁਕਮ ਹੋਇਆ, ਇਸ ਸਮੇਂ ਦੇ ਦੌਰਾਨ ਆਪ ਜੀ ਦੇ ਨਾਲ ਗੁਰ ਇਤਿਹਾਸ ਗੁਰਬਾਣੀ ਦੀ ਸਾਂਝ ਕਰਨੀ ਹੈ। ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਬੈਠੀਆਂ ਨੇ, ਸਭ ਤੋਂ ਪਹਿਲਾਂ ਆਪਾਂ ਆਪੋ ਆਪਣੀ ਹਾਜ਼ਰੀ ਲਵਾਈਏ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ, ਮਰ ਇੱਕ ਦਿਨੇ ਪਾਲਾ ਤਾਊ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਜਿਹੜਾ ਉਹਦੇ ਗੁਣ ਗਾਏਗਾ ਉਹਨੂੰ ਪਾਲਾ ਨਹੀਂ ਹੋਏਗਾ। ਮਾਫ ਕਰਿਓ, ਬਾਣੀ ਦਾ ਬਚਨ ਹੈ, ਪਾਲਾ ਤਾਊ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਬਹਿ ਕੇ ਗਾਈਏ ਨਾ ਆਪਾਂ ਗੁਣ ਉਸਦੇ, ਪਾਲਾ ਕੁਛ ਨਹੀਂ ਕਵੇਗਾ। ਰਾਤਰੀ ਦੇ ਦੀਵਾਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਇਤਿਹਾਸ ਆਪਾਂ ਸਰਵਨ ਕੀਤਾ ਸੀ। ਇੱਕ ਰਾਤ ਦਾ ਜੋ ਸਫ਼ਰ ਸੀ ਆਨੰਦਪੁਰ ਸਾਹਿਬ ਤੋਂ ਲੈ ਕੇ ਤੇ ਸਰਸਾ ਦੇ ਕਿਨਾਰੇ ਤੱਕ ਦਾ ਜੋ ਸਫ਼ਰ ਸੀ,
ਉਹਦੀ ਸਾਂਝ ਆਪਾਂ ਰਾਤਰੀ ਦੇ ਦੀਵਾਨ ਵਿੱਚ ਸਾਂਝੀ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚੇ ਨੇ, ਆਪਣੇ ਕਾਫਲੇ ਦੇ ਨਾਲ, ਪਿੱਛੋਂ ਜਿਨ੍ਹਾਂ ਮੁਗਲਾਂ ਨੇ ਜਾਂ ਪਹਾੜੀ ਰਾਜਿਆਂ ਨੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸਨ, ਉਹਨਾਂ ਨੇ ਜਦੋਂ ਵੇਖਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਜਾ ਰਹੇ ਨੇ, ਕਾਫਲਾ ਜਾ ਰਿਹਾ ਹੈ, ਉਹਨਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਉਹਨਾਂ ਨੇ ਆਵਾਜ਼ ਦਿੱਤੀ, ਮਹਾਰਾਜ ਸੱਚੇ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ। ਮੈਂ ਰਾਤੀ ਬੇਨਤੀ ਕੀਤੀ ਸੀ ਕਿ ਇਸ ਭਿਆਨਕ ਸਮੇਂ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦਾ ਲੜ ਨਹੀਂ ਛੱਡਿਆ। ਇੰਨੇ ਭਿਆਨਕ ਸਮੇਂ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸਰਵਨ ਕੀਤਾ ਹੈ। ਪਿੱਛੋਂ ਆਵਾਜ਼ ਆਈ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਵਾਜ਼ ਦੇ ਕੇ ਕਿਹਾ, ਇਹ ਹੁਣ ਆਨੰਦਪੁਰ ਸਾਹਿਬ ਦਾ ਕਿਲਾ ਨਹੀਂ ਹੈਗਾ, ਇਹ ਪਹਾੜ ਨਹੀਂ, ਇਹ ਖੁੱਲਾ ਮੈਦਾਨ ਹੈ, ਤੁਸੀਂ ਆਪਣੇ ਹਥਿਆਰ ਸੁੱਟ ਦਿਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਪਿੱਛੋਂ ਹਮਲਾ ਹੋਇਆ ਸੀ। ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੀ, ਭਾਈ ਉਦੈ ਸਿੰਘ ਜੀ, ਹੋਰ ਗੁਰੂ ਕੇ ਸਿੱਖ ਨਾਲ ਨੇ। ਬਾਬਾ ਅਜੀਤ ਸਿੰਘ ਨੇ ਅੱਗੋਂ ਆਵਾਜ਼ ਦਿੱਤੀ ਕਿ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਜਾਨ ਹੈ, ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤ ਹਾਂ, ਅਸੀਂ ਹਥਿਆਰ ਨਹੀਂ ਸੁੱਟਾਂਗੇ, ਜੰਗ ਕਰਾਂਗੇ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ, ਜੰਗ ਵੀ ਹੋ ਰਿਹਾ, ਭਾਈ ਉਦੈ ਸਿੰਘ ਜੀ ਇੱਥੇ ਸ਼ਹੀਦ ਵੀ ਹੋਏ ਨੇ, ਹੋਰ ਗੁਰੂ ਕੇ ਸਿੰਘ ਸ਼ਹੀਦ ਹੋਏ ਨੇ। ਸਮੇਂ ਦੇ ਮੁਤਾਬਕ ਮੈਂ ਸੰਖੇਪ ਜੀ ਬੇਨਤੀ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ, ਆਸਾ ਦੀ ਵਾਰ ਤੋਂ ਬਾਅਦ ਸਰਸਾ ਨੂੰ ਪਾਰ ਕਰ ਜਾ। ਇੱਥੇ ਅਸੀਂ ਇਤਿਹਾਸ ਸੁਣਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਉਹ ਕੈਸਾ ਸਮਾਂ ਹੋਏਗਾ, ਅੱਜ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਜਾ। ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵੱਡੇ 2 ਸਾਹਿਬਜ਼ਾਦੇ, ਗੁਰੂ ਕੇ 5 ਪਿਆਰੇ, ਹੋਰ ਗੁਰੂ ਕੇ ਸਿੱਖ। ਇੱਕ ਪਾਸੇ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ। ਇੱਕ ਪਾਸੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਤੇ ਭਾਈ ਮਣੀ ਸਿੰਘ ਜੀ। 3 ਹਿੱਸਿਆਂ ਦੇ ਵਿੱਚ ਪਰਿਵਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵੰਡਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਨੇ। ਇਹ ਗੜੀ ਕਿਹਦੀ ਸੀ? ਇਹ 2 ਭਰਾਵਾਂ ਦੀ ਗੜੀ ਹੈ। ਇੱਕ ਦਾ ਨਾਮ ਹੈ ਭਾਈ ਦਲੀਬੂ, ਇੱਕ ਦਾ ਨਾਮ ਹੈ ਬੁੱਧੀ ਚੰਦ ਰਾਵਤ। ਇਹਨਾਂ 2 ਭਰਾਵਾਂ ਦੀ ਇਹ ਗੜੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਗੜੀ ਵਿੱਚ ਸ਼ਾਮ ਦਾ ਵਕਤ ਤੇ ਰਹਿਣ ਬਸੇਰਾ ਕੀਤਾ ਹੈ। ਜਦੋਂ ਭਾਈ ਦਲੀਬੂ ਨੂੰ ਪਤਾ ਲੱਗਾ ਨਾ ਬਈ ਗੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਇਹ ਉਸ ਮੁਸੀਬਤ ਦੀ ਘੜੀ ਦੇ ਵਿੱਚ ਆਪਣੇ ਘਰ ਤੋਂ ਚੱਲਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਇਆ। ਸਭ ਤੋਂ ਪਹਿਲਾਂ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਸੀਸ ਨਵਾਇਆ, ਮੱਥਾ ਟੇਕਿਆ ਤੇ ਕਹਿਣ ਲੱਗਾ, ਪਾਤਸ਼ਾਹ ਜੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਬਖਸ਼ੋ, ਸਾਨੂੰ ਵੀ ਆਪਣੀ ਸੇਵਾ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਇਸ ਵਕਤ
इस चमकौर दी गढ़ी दी शरण लई है। इत्थे असीं पहुंचे, साडा परिवार विछड़ गया। छोटे साहिबजादियां दा पता नहीं किस पासे चले गए। साडा परिवार विछड़िया। महाराजे पातशाह चमकौर दी गढ़ी विच शाम दा वक्त होया। महाराजे पातशाह कहन लगे रहरास साहब दा समा हो गया, भाई रहरास कीती जाए। हुण इत्थे एक मैं बेनती करदे हां, जे अमृत वेले दा समा सी, महाराज ने अमृत वेले दे समय दी संभाल कीती, आसा दी वार दा कीर्तन सुनिया, नितनेम निभाया। हुण शाम दा समय, महाराज कहंदे ने रहरास कीती जाए, क्योंकि महाराजे पातशाह ने बाणी दा पल्ला नहीं छड्डिया। क्योंकि धन गुरु गोबिंद सिंह जी महाराज सच्चे पातशाह ने पंजवें जामे दे विच जिहड़े पूरने पाए सन, आप बाणी रची सी जदों गुरु अर्जन देव जी महाराज दे रूप विच सन। पंजवें जामे विच आप बाणी रची। और गुरु ग्रंथ साहिब दी बाणी विचों मैं 3 पंक्तियां सांझियां करदे हां। पंक्ति 3 वारी आई है गुरु ग्रंथ साहिब दी बाणी विच। जिहड़े बाणी पढ़न वाले ने, जिहड़े बाणी पढ़ते ने, जिहड़े बाणी सुनते हैं, उन्होंने पता। पहला महाराजे पातशाह ने गौड़ी राग दे विच बचन किया गुरु अर्जन देव जी महाराज दे रूप विच। महाराज कहते ने कहो नानक एहो तत विचारा, बिन हर भजन नाही छुटकारा। भजन बंदगी तो बिना छुटकारा नहीं हैगा। महाराजे पातशाह ने क्या रहरास दा समय, रहरास करनी है, पाठ करना है। और पाठ होया। क्योंकि मैं पहला बेनती की, महाराज ने आप पूरने पाए सन पंजवें जामे विच। पहला बचन है कहो नानक एहो तत विचारा, बिन हर भजन नाही छुटकारा। अगे जाके असी बाणी विच बचन पढ़ते हैं, सोदत सोदत सोद विचारा, बिन हर भजन नाही छुटकारा। इस तो अगे चलो बाणी मारे कहते ने सोदत सोदत सोद विचारा, बिन हर भगत नाही छुटकारा। इत्थे भजन नहीं, इत्थे भगत है। तत्ते नूं सिहारी लगी है। इहदा अर्थ भी बनता है भगती भाव के, भगती तो बिना गुजारा है ही नहीं। ये बाणी विच देखो किन्नी वारी इस बचन नूं दोहराया गया वे भजन बंदगी तो बिना साडा छुटकारा नहीं। भजन बंदगी तो बिना गल ही नहीं। जे सिੱਖੀ है तो उत्थे नाल बाणी भी होनी चाहिए है। जे बाणी है, मैं राती दीवान विच भी बेनती की सी, इन्हां दोनों गल्लां दा संबंध है। सिੱਖੀ है तो बाणी भी होनी चाहिए है। जे साडे कोल बाणी है तो साडे कोल सिੱਖੀ भी होनी चाहिए है। एक चीज नहीं तो समझ लो साडा जीवन अधूरा है। बाणी होवे पर साडे कोल सिੱਖੀ ना होवे। जे साडे कोल सिੱਖੀ होवे, दाड़ा प्रकाश होवे, लेकिन साडे कोल नितनेम ना होवे, साडे कोल बाणी ना होवे, ते तां भी साडा जीवन अधूरा है। महाराजे पातशाह ने कहा शाम का वक्त है, रहरास की, रहरास साहब का पाठ होया, अरदास की है। इन्नियां मुसीबतां विचों निकल के अरदास की है कि तेरे भाणे अंदर 4 पैर दिन सुखां दा बतीत होया, रहन आई है सुखां दी बतीत। और जद के महाराजे पातशाह धन गुरु गोबिंद सिंह जी महाराज, जिन्हां नूं पता सी कि कल नूं इत्थे साहिबजादियां दियां शहादतां होणीआं, एवें नहीं अल्लाह यार खां जोगी ने एक बचन किया है, हिंद में एक तीर्थ है यात्रा के लिए, बाप ने कटाए बच्चे जहां खुदा के लिए। बहुत वड्डी गल कही है। हिंदुस्तान दे विच एक तीर्थ सब तो वड्डा, जिथे धन गुरु गोबिंद सिंह जी महाराज ने अपनी अखां दे सामने अपने पुत्रां नूं शहीद हुंदियां नूं वेखिया। बहुत वड्डी गल। जदों रहरास साहब दा पाठ होया, महाराजे पातशाह ने सिखां नूं हुक्म ला दिता, भाई सारे आराम करो, सारे दिन दे थके आ, सफर कीता, आराम करो भाई। इत्थे इतिहास कहंदा है कि भाई मदन सिंह ते भाई कोठा सिंह दोवें हाथ जोड़ के खलोते ने, कहंदे पातशाह अज रात दी संभाल दी सेवा सानू दे दिओ, असी रात नूं जाग के पहरा देंगे।
आप जी आराम करो। गुरु साहब कहते नहीं भाई तुसी आराम करो, थके हो। ते की महाराज थके नहीं सन? शरीर नूं थकेवा तो आ ही जाता है, गुरु के सिखो नींद भी आ जाती है। मरचे पातशाह कह लगे तुसी आराम करो, पर उन्होंने हाथ जोड़ के सेवा मंगी। दोनों रात नूं सेवा दे विच हाजिर ने। ਸਿੰਘਾਂ ਨੂੰ हुक्म करता भाई आराम करो। ਸਿੰਘਾਂ ने घोड़ियां दे उत्तों ਜਿਹੜੇ कपड़े विछाए हुए सन, काठियां दे थल्ले ਉਹ कपड़े लाए ने। किसी ने बिछौना कर लिया, किसी ने थल्ले बिछा ले ने, किसी ने उपर ले ले ने। ठंड दा मौसम सी, आराम अवस्था विच ने। धन गुरु गोबिंद सिंह जी महाराज रात दे 12 बजे का समय। धन गुरु गोबिंद सिंह जी महाराज दोवें हाथ जोड़ के गल विच पल्ला पा के परमात्मा दे चरनां विच, अकाल पुरख वाहिगुरू दे चरनां विच अरदास कर रहे हैं। महाराज सच्चे पातशाह ये भावें मुसीबत दा समय, पर कृपा करियो, रहमत करियो, किधरे गुरु के सिख डोल ना जान। अपना आशीर्वाद बख्शिया, अपना हाथ रखियो। महाराज जी अरदास कर। भाई मदन सिंह ते भाई कोठा सिंह ने देखिए, अरदास कर। महाराज चे पास किदे वास्ते? माफ करया जे सिखा वास्ते अरदास कर के बाणी ना सानू विसर जाए। असीं बाणी नाल भी जुड़े रहिए ते बाणे नाल भी जुड़े रहिए, गुरसिੱਖੀ नाल जुड़े रहिए। वक्त आउंदे जांदे रहिंदे ने। मैं बेनती कर, धन गुरु गोबिंद सिंह जी महाराज सारी रात आप सिखां दी संभाल कीती है। जिन्हां सिखां दे दुसाले खुले दुसाले सजाए ने, जिन्हां सिंहां दे केस खुले सन, धरती ते लगे हुए सन, क्योंकि सुत्तियां केस खुल जांदे ने। केस खुल के धरती ते लगे सन, उन्हां दे केस आप महाराज सच्चे पातशाह ने बने। उन्हां दे चेहरिਆਂ ते, उन्हां दे सिरां ते दस्तारां सजाइयां ने। मरचे पातशाह ने आप सेवा की है। दिन चढ़िया, मुगलों को पता लगा है कि धन गुरु गोबिंद सिंह जी महाराज इस गढ़ी के अंदर ने। कहते ने भाई ना मुसलमानों के विचों, माफ करो, नाहर सिंह ने पौड़ी लाई है। पौड़ी ला के वेखन लगा भी अंदर किन्ने को सिंह ने। इन्हें गढ़ी नूं चमकौर दी नूं पौड़ी लाई है। पौड़ी ला के जदों ने सीस उपर नूं कढ़िया, वेखन लगा धन गुरु गोबिंद सिंह जी महाराज की निगाह पई है। अयो जिहा तीर मारिया जिहड़ा जाके सिर च लगा है, उन्हें सिर ला के धरती ते सुट दिता। धरती ते मुद्दे मुंह डिग पिया। नार सिंह खत्म हो गया, मर गया। उन्होंने वेख्या भी अंदर मुट्ठी भर सिंह ने, थोड़े सिंह ने, पर बाहर इतिहास कहता भी 1 लाख बंदा, 10 लाख बंदा, माफ करा जे, जिन्हों ने चमकौर की गढ़ी नूं घेरा पाया होया। इधर गिनती दे 40 कु सिंह ने। एक पासे 10 लाख की फौज है, एक पासे गिनती दे 40 कु सिंह ने। वो सिंह जिन्होंने कई दिनों तो प्रसादा भी नहीं मिलिया, कई दिनों तो भोजन भी नहीं। दिन चढ़िया, जंग शुरू हो गया। मरचे पातशाह पंजा नूं तोड़ रहे ने, अपने हाथों के नाल तोड़ते हैं। देख रहे ने अपने सिंघां नूं, सिंह शहीद हो रहे ने। समा आया, बाबा अजीत सिंह ने अपने पिता के सामने खलो के हाथ जोड़ के क्या, पिता जी मैनू इजाजत दिओ, मैं भी जंग विच जाना चाहना, जाके शहादत का जाम पीना चाहना, मैं भी अपना जोहर दिखाना चाहना। पातशाह नूं पता सी मेरे पुत ने जंग विच जाना है, पर परत के नहीं आना। अपने पुत नूं आप शहीद किया है। मैं इत्थे एक बेनती करदे हां, किसी बाप नूं फोन आ जाए ना वे तेरे पुत दा एक्सीडेंट हो गई फलानी जगह ते, मेरा ख्याल उस बाप को भावें सट भी ना ही वजी होवे, नाम इन्ना को आ जाए भी तेरे पुत दा एक्सीडेंट हो गया ही, मेरा ख्याल सीधा उस बाप तो उठ के खलोता नहीं जाता, लत्तां डोल जांदियां ने। सुनिया मिल जाए भी पुत दा एक्सीडेंट हो गया, खलोता नहीं जाता। पर अज धन गुरु गोबिंद सिंह जी महाराज
ਆਪਣੀਆਂ ਅੱਖਾਂ ਦੇ ਸਾਹਮਣੇ ਲਾਲਾ ਨੂੰ ਤੋੜ ਰਹੇ ਨੇ। ਸਮੇਂ ਦੇ ਮੁਤਾਬਕ ਮੈਂ ਇਤਿਹਾਸ ਬੇਨਤੀ ਕਰ ਰਿਹਾ, ਬਾਬਾ ਅਜੀਤ ਸਿੰਘ ਜੀ ਬਹੁਤ ਸਾਰੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ। ਆਖਰਕਾਰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੈਕਾਰਾ ਬੁਲਾਇਆ। ਇਸੇ ਇੱਥੇ ਕਿਸੇ ਵਿਦਵਾਨ ਨੇ 4 ਲਾਈਨਾਂ ਬੜੀਆਂ ਕਮਾਲ ਦੀਆਂ ਲਿਖੀਆਂ ਨੇ। ਉਹ ਸਾਡੇ ਹਿੰਦੂ ਵੀਰ ਦੀ ਪੁਸਤਕ ਹੈ, ਮੇਰੇ ਹੱਥ ਲੱਗੀ, ਮੈਂ ਉਹਨੂੰ ਪੜ੍ਹਿਆ। ਕਹਿੰਦਾ ਕਮਾਲ ਹੈ, ਮੈਂ ਹਿੰਦੂ ਧਰਮ ਵੀ ਪੜ੍ਹਿਆ, ਮੈਂ ਮੁਸਲਮਾਨ ਧਰਮ ਵੀ ਪੜ੍ਹਿਆ, ਮੈਂ ਈਸਾਈ ਧਰਮ ਵੀ ਪੜ੍ਹਿਆ, ਮੈਂ ਸਿੱਖ ਧਰਮ ਵੀ ਪੜ੍ਹਿਆ, ਪਰ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਪੜ੍ਹਿਆ, ਉਸ ਦੀ ਕਲਮ ਨੇ 4 ਲਾਈਨਾਂ ਲਿਖ ਦਿੱਤੀਆਂ। ਕਹਿੰਦੇ ਦਸ਼ਰਥ ਨੇ ਆਪਣੇ ਪੁੱਤਰਾਂ ਨੂੰ ਖੁਦ ਆਪ ਬਨਵਾਸ ਦਿੱਤਾ ਸੀ। ਉਹਨੂੰ ਪਤਾ ਸੀ 14 ਸਾਲਾਂ ਬਾਅਦ ਵਾਪਸ ਆ ਜਾਣਾ, ਪਰ ਪੁੱਤਰਾਂ ਦੇ ਵਿਯੋਗ ਵਿੱਚ ਮਹਿਲਾਂ ਤੋਂ ਛਾਲ ਮਾਰ ਕੇ ਉਹਨੇ ਆਤਮ ਹੱਤਿਆ ਕਰ ਲਈ ਸੀ। ਅਰਜਨ ਦਾ ਪੁੱਤਰ ਅਭਿਮਨੂ ਜਦੋਂ ਕੁਰਸ਼ੇਤਰ ਦੀ ਧਰਤੀ ਤੇ ਜੰਗ ਕਰਦਾ ਹੈ, ਅਰਜਨ ਨੂੰ ਪਤਾ ਲੱਗ ਗਿਆ ਵੀ ਤੇਰੇ ਪੁੱਤਰ ਦੀ ਮੌਤ ਹੋ ਗਈ, ਅਭਿਮਨੂ ਮਾਰਿਆ ਗਿਆ। ਕਹਿੰਦੇ ਉਸੇ ਵਕਤ ਹੱਥ ਦੇ ਵਿੱਚੋਂ ਹਥਿਆਰ ਡਿੱਗ ਪਏ ਸਨ। ਕਹਿੰਦੇ ਮੇਥੋਂ ਜੰਗ ਨਹੀਂ ਹੋ ਸਕਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਨੇ, ਪਰ ਮਹਾਰਾਜ ਜੈਕਾਰੇ ਬੁਲਾ ਰਹੇ ਨੇ। ਇੱਥੇ ਕਿਸੇ ਵਿਦਵਾਨ ਨੇ 4 ਲਾਈਨਾਂ ਲਿਖੀਆਂ ਨੇ, ਧਿਆਨ ਨਾਲ ਸੁਣਿਆ ਜੀ। ਉਹ ਵਿਦਵਾਨ ਕਹਿੰਦਾ ਹੱਥੀ ਪੁੱਤਰਾਂ ਨੂੰ ਬਨਵਾਸ ਦੇ ਕੇ ਦਸ਼ਰਥ ਮਹਿਲਾਂ ਤੋਂ ਛਾਲ ਮਾਰ ਮੋਇਆ। ਇਬਰਾਹਿਮ ਨੇ ਅੱਖੀ ਬੰਨ ਲਈਆਂ, ਮਾਰਨ ਲੱਗਾ ਸੀ ਫਿਰ ਤਲਵਾਰ ਰੋਇਆ। ਅਭਿਮਨੂ ਦੀ ਸੁਣੀ ਜਦ ਮੌਤ, ਅਰਜਨ ਸੁੱਟ ਰਣ ਦੇ ਵਿੱਚ ਹਥਿਆਰ ਰੋਇਆ। ਸੇਵਕ ਆਖਦਾ ਧੰਨ ਦਸ਼ਮੇਸ਼ ਪਿਤਾ, ਉਹ ਜਿਹੜਾ ਵਾਰ ਕੇ ਵੀ ਪਰਿਵਾਰ ਨਹੀਂ ਰੋਇਆ। ਕਹਿੰਦੇ ਕਮਾਲ ਦੀ ਗੱਲ ਹੈ, ਮੈਂ ਸਾਰੇ ਇਤਿਹਾਸ ਪੜ੍ਹੇ ਨੇ, ਪਰ ਜਦੋਂ ਮੈਂ ਸਿੱਖ ਧਰਮ ਦਾ ਇਤਿਹਾਸ ਪੜ੍ਹਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਨੇ, ਪਰ ਉਹਨਾਂ ਦੀ ਅੱਖਾਂ ਵਿੱਚੋਂ ਪਾਣੀ ਨਹੀਂ ਆ ਰਿਹਾ ਹੈ ਵੀ ਨਹੀਂ। ਕਿਉਂ ਨਹੀਂ ਸੀ ਗੁਰਮੁਖ? ਕਾਰਨ ਕੀ ਸੀ? ਮੈਂ ਬੇਨਤੀ ਕਰਦਾ, 5 ਮਿੰਟ ਦਾ ਸਮਾਂ ਬਾਕੀ ਮੇਰਾ ਰਹਿ ਗਿਆ, ਜਿੰਨਾ ਮੈਨੂੰ ਸਮਾਂ ਹੁਕਮ ਹੋਇਆ ਸੀ। ਇੱਕ ਗੱਲ ਚੇਤੇ ਰੱਖਣਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਖਾਂ 'ਚ ਪਾਣੀ ਕਿਉਂ ਨਹੀਂ? ਕਿਉਂਕਿ 5ਵੇਂ ਜਾਮੇ ਦੇ ਵਿੱਚ ਪੂਰਨੇ ਪਾਏ ਸਨ। ਜਦੋਂ ਤੱਤੀ ਤਵੀ ਤੇ ਬੈਠੇ ਸਨ, ਸਾਈਂ ਮੀਆਂ ਮੀਰ ਨੇ ਆ ਕੇ ਵੇਖਿਆ ਤੇ ਸਾਈਂ ਮੀਆਂ ਮੀਰ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ। ਉਸ ਟਾਈਮ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਸਾਈਂ ਮੀਆਂ ਮੀਰ ਅਸੀਂ ਸ਼ਹਾਦਤ ਦੀ ਨੀਂਹ ਰੱਖ ਰਹੇ ਹਾਂ। ਜੇ ਅੱਜ ਤੂੰ ਰੋਏਗਾ, ਜਦੋਂ ਸਿੱਖ ਧਰਮ ਦੇ ਅੰਦਰ ਸ਼ਹਾਦਤ ਹੋਇਆ ਕਰੇਗੀ ਲੋਕ ਰੋਇਆ ਕਰਨਗੇ, ਰੋਣਾ ਨਹੀਂ। ਇੱਥੇ ਜਿਹੜੇ ਬਚਨ ਕਹੇ ਸਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਮੈਂ ਸਾਂਝੇ ਕਰ ਜਾਵਾਂ, ਕਿਸੇ ਕਵੀ ਨੇ ਕਲਮ ਬੰਦ ਕਰ ਦਿੱਤੀ। ਉਹਨੇ ਕਿਹਾ ਨਹੀਂ, ਰੋਣਾ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਰੋਣਾ ਨਹੀਂ। ਉਸ ਕਵੀ ਨੇ ਇਹ ਬਚਨ ਕਲਮ ਬੰਦ ਕੀਤੇ ਨੇ। ਪਿਆਰਿਓ ਧਿਆਨ ਨਾਲ ਸੁਣੋ, ਕਹਿਣ ਲੱਗਾ ਚਾਰੋਂ ਤਰਫ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਤਨ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆਜ਼ਾਦ ਯਾਰ ਦਾ, ਉਹ ਵਿਆਕਲ ਹੋ ਗਿਆ ਤੇ ਚੀਕ ਢਾਹੀ ਮਾਰਦਾ। सुन सतगुर बोले मियाँ छोड़ो प्रीति चाम से, क्या हुआ तन जल रहा है हम शाह त्यार नाम से। कहते साईं मियाँ मीर क्यों रोना है, असी शहादत दी नींव रख रहे हैं। ते धन गुरु गोबिंद सिंह जी महाराज ने पंजवें जामे में जेड़े पूरने पाए सन, अज धन गुरु गोबिंद सिंह जी महाराज के सामने बाबा अजीत सिंह जी शहीद होए ने। बाबा जुझार सिंह ने कहा पिता जी मैनू भी जंग विच जाण दी इजाजत दिओ। महाराज पातशाह ने अपनी हथी अपने साहिबजादे नू तैयार किया। साहिबजादे बाबा जुझार सिंह जी बाहर गए ने, जूझ के लड़े ने, बहुत सारे मुगलों नू मौत दे घाट उतारे है। आखिरकार गुरमुखो एक पासे 10 लाख का घेरा है, एक पासे 40 5 करके जा रहे हैं, उधरों लख लख आ रहे हैं। माफ करें जे मैं बेनती कर दिया, आखिरकार बाबा जुझार सिंह भी शहादत का जाम पी गए, होर गुरु के सिंह शहीद होए ने। पर मैं बेनती कर दिया, जदों पातशाह जी रात दे समय भाई दया सिंह जी दे कहण ते महाराज जी आप जी किला छड़ जाओ, चमकौर दी गड़ी नू छड़ जाओ, पातशाह तुसी ते साडे वर्गे बहुत सारे सिंह तैयार कर लवोगे पर सानू तुहाडे वर्गा गुरु नहीं लभना।
पर इतिहासकार कहते ने जदों पातशाह जी निकले ने ना, पातशाह जी निकले ते वेख्या बाबा अजीत सिंह दी शरीर पिया है, बाबा जुझार सिंह दा शरीर पिया है, होर गुरु के सिंघां दा शरीर पे ने। भाई दया सिंह ने कहा धन गुरु गोबिंद सिंह जी महाराज सच्चे पातशाह, जे तुहाडा हुक्म होवे ते मैं अपना कमर कसा खोल के इनू पाड़ के इन्हां साहिबजादियां दे उपर कपड़ा तां पा दियां। पातशाह कहंदे ने नहीं नहीं भाई, इत्थे नाल होर भी गुरु के सिंह शहीद होए पे ने, सानू उन्हां विच ते अपने पुत्रां विच कोई फर्क नहीं, साडे वास्ते सारे इक्को जे ने। पर इत्थे भाई दया सिंह ने एक बड़ी कमाल दी गल कही, बड़ा कमाल दा वचन किया, हुण ध्यान नाल सुनिया। भाई दया सिंह ने पता की किया, जेड़े वचन भाई दया सिंह ने कहे ने किसी कवि ने लिखे ने, बहुत प्यार दे वचन। कहंदे महाराज एक बेनती करके वचन कीते, कह लगे गरीब तो गरीब इस दुनिया विच पए ने, खफण तो बगैर दस किदे पुत गए ने। कह लगे महाराज जी दसो इस दुनिया विच गरीब तो गरीब लोग पए ने, पर मैनू दस दिओ अज तक गरीबां नूं भी खफण मिलदे ने महाराज कि असी इन्हां दे उत्ते 1-2 मीटर दा कपड़ा नहीं पा सकते। भाई दया सिंह ने कमाल दी गल। महाराज जी पातशाह कह लगे नहीं, मैं राती एक बेनती कीती सी प्यारिओ, देखो जदों बाप बच्चे दी शादी करदा है, बाप बड़ा खुश हो के अपने प्यो तो माफ करा जा अपने पुत्रां तो रुपये वारदा है, 5-5 दे 100-100 दे 50-50 दे नोट वारदा है। भतीजे दा विआह होवे ते चाचा नोट वारदा है, भनेवे दा विआह होवे ते मामा नोट वारदा है। पर कदी इतिहास पढ़ के वेख्या जे गुरु गोबिंद सिंह जी मारे पिता मारे ने साडे तो की वारिया? मैं खीर विच कह जावां उत्थे महाराज ने नोट नहीं जांदे, महाराज कह लगे इन पुत्रन के शीस पर वार दिए सुत चार। महाराज ने साडे तो अपने पुत वार दिते ने। सिख नूं कदी इतिहास भुलना नहीं चाहिए। इन पुत्रन के शीस पर वार दिए सुत चार, चार मुए तो क्या हुआ जीवत कई है। कहंदे नहीं भाई दया सिंह जी बस्तर नहीं, तुसी अगे चलो। अमृत वेला होया, महाराज जी अगे माछीवाड़े नूं चले गए ने। अमृत वेला होया है, धन कुर्बानियां जिथे सिंघां दीयां कुर्बानियां ने। धनो सत्कारयोग बीबी शरण कौर जी जिन्हें आके अपने भरावां दीयां लाशां नूं तकिया, पर उन्हें वेखिया एक कली बीबी ने लकड़ां कट्ठियां करके 40 सिंघां दा संस्कार किया। बहुत वड्डी कुर्बानी है। सारे भरावां दा संस्कार किया। जिथे बाबा अजीत सिंह दा, जिथे बाबा जुझार सिंह दा, होर गुरु के लालां दा 40 सिंघां दा संस्कार किया। पर प्यारिओ जदों भांबड़ मचे ने अग बली है, मुगलों ने वेख्या भी अग बलदी है, वे कौन? ते बीबी शरण कौर अग बाल के सारे वीरां दा संस्कार कोल बह के कर दी है भी नेत्र बंद, और उस परमात्मा दे नाम भी जुड़ी है। इन्हां मुगलों ने आके उस बीबी नूं चकिया, बल दे भांबड़ दे विच जिउंदी नूं छड़ दिता। कुर्बानियां बीबियां दियां भी बहुत ने, अपने भरावां दे नाल कुर्बान हो गई। मैं हैरान आ भी कली बीबी 4 शरीरां दा संस्कार कोई छोटी जी गल है? एक बीबी ने बहुत वड्डी कुर्बानी है। बड़ियां कुर्बानियां ने सिख धर्म दे अंदर। सतगुर सच्चे पातशाह जिथे असी साहिबजादियां दे शहादत वाले दिन मना रहे हैं, प्यारिओ याद रखिया जे जिनके दिन मनाते हो उनकी बात भी माना करो। अज लोड़ है सिखी दी। मैं राती बेनती की सी कि 365 दिन ने साल दे, अज लास्ट दिन है। इन्हां 365 दिनां दे विच साडे गुरु साहिबां दे प्रकाश दिहाड़े आउंदे ने।
इन 365 दिनां दे विच शहादतां आउंदियां ने। जदों शहादत मनाओ ओदा मतलब है सिੱਖੀ नाल जुड़ना, जदों प्रकाश दिहाड़े मनाओ ओदा मतलब है बाणी नाल जुड़ना। ये दोवें गल्लां ने। जे साडे कोल बाणी है ते साडे कोल सिੱਖੀ भी होनी चाहिदी है, जे साडे कोल सिੱਖੀ है ते साडे कोल बाणी भी होनी चाहिदी है। दोवां तो बिना नहीं गल बनदी। दिन है तो रात भी होनी चाहिदी है, जे गर्मी है तो सर्दी भी होनी चाहिदी है, जे धुप है तो छां दी भी लोड़ है। इन्हां दोवां गल्लां नाल संसार चलदा है ते सानू भी अज लोड़ है। जे सेवा है तो सिमरन भी होना चाहिदा है, सिੱਖੀ है तो बाणी भी होनी चाहिदी है, बाणी है तो सिੱਖੀ भी होनी चाहिदी है। इतिहास बड़ा लंबा है, जिन्ना समा हुक्म होया सी 2 मिनट ऊपर हो गए ने। मैं माफ़ी चाहांगा। विचार करदियां होईयां भुल्लां दी दिओ माफ़ी। जिन्हां महापुरखां दे स्थान ते तुसीं बैठे हो, इन्हां महापुरखां दा आशीर्वाद ते गुरु ग्रंथ साहिब महाराज दी अपार बख्शिश दा सदका ये जो सेवा दास दे हिस्से विच आई है, महापुरखां दा आशीर्वाद गुरु ग्रंथ साहिब दी अपार बख्शिश दा सदका सेवा कीती है। बहुत सारियां भुल्लां हो जांदियां ने, संगतां बख्शण योग ने। हर इतवार दास इत्थे हाजरी भरदा है। बेनती आया करो आके हर इतवार। सतगुर किरपा कीती, मैं थोड़े समय तो बाद हर इतवार इत्थों लाइव चलिया करेगा ते आप जी घर बह के भी सारा प्रोग्राम सरवण करया करोगे। इन्नी बेनती नहीं सेवा प्रवान करनी। होईयां भुल्लां दी दिओ माफ़ी पत्ते बुलाओ। वाहिगुरू जी का खालसा, वाहिगुरू जी की फतेह।